अस्सलाम वालेकुम, सत श्री अकाल, प्रणाम दोस्तों। मैं नासर किसाना और तुसी देख रहे हो साडा पंजाबी चैनल एक पिंड पंजाब दा। साडा अज दा पिंड है ਚੱਕ नंबर 422 जींबे बलेटनपुर, तहसील गोजरा, जिला टोबा टेक सिंह दा ਇਹ ਪਿੰਡ तहसील गोजरा ਤੋਂ ਲਗਭਗ 11 ਕਿਲੋਮੀਟਰ ਦੇ ਫਾਸਲੇ ਤੇ ਵਸਿਆ ਹੈ। ਅੱਜ ਅਸੀਂ ਤੁਹਾਨੂੰ ਇਸ ਪਿੰਡ ਨਾਲ ਜੁੜੀਆਂ ਵੰਡ ਤੋਂ ਪਹਿਲਾਂ ਦੀਆਂ ਸੱਚੀਆਂ ਗੱਲਾਂ, ਤਾਰਾ ਸਿੰਘ ਦੀ ਮੁਸਲਮਾਨਾਂ ਨਾਲ ਮੁਹੱਬਤ, ਇਸ ਦੀ ਚਿਤਾ ਨੂੰ ਅੱਗ ਦਾ ਨਾਂ ਲੱਗਣਾ, ਕਿਹੜੀਆਂ-ਕਿਹੜੀਆਂ 4 ਫੈਮਲੀਆਂ ਇਸ ਪਿੰਡ ਵਿੱਚ ਰਾਜ ਕਰਦੀਆਂ ਸੀ, ਵੰਡ ਤੋਂ ਬਾਅਦ ਇੱਥੇ ਆ ਕੇ ਕੌਣ ਵਸੇ, ਕਾਰੋਬਾਰ ਤੇ ਸਿਆਸਤ ਨਾਲ ਜੁੜੇ ਹੋਏ ਬੜੇ ਨਾਮ ਜਿਨ੍ਹਾਂ ਦਾ ਤਾਲੁਕ ਇਸ ਪਿੰਡ ਨਾਲ ਹੈ ਉਹ ਵੀ ਦੱਸਾਂਗੇ। ਤੇ ਨਾਲ ਇਹ ਵੀ ਦੱਸਿਆ ਜਾਏਗਾ ਕਿ ਇਸ ਪਿੰਡ ਦੇ ਲੋਹਾਰਾਂ ਦੀ ਮਹਾਰਤ ਨੇ ਕਿਸ ਤਰ੍ਹਾਂ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਦੀ ਤਾਰੀਖ ਵਿੱਚ ਕੌਣ ਇਸ ਪਿੰਡ ਲਈ ਮਸੀਹਾ ਸਾਬਤ ਹੋ ਰਿਹਾ ਹੈ। ਸਭ ਕੁਝ ਜਾਣਨ ਲਈ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ। ਇਸ ਪਿੰਡ ਦਾ ਰਕਬਾ 33 ਮਰਬੇ ਹੈ, ਆਬਾਦੀ ਤਕਰੀਬਨ 3500 ਤੇ 150 ਘਰ ਨੇ, ਵੋਟ 1200 ਕਾਸਟ ਹੁੰਦਾ ਇਸ ਪਿੰਡ ਦਾ। ਹਿਜਰਤ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇੱਥੇ 4 ਕੌਮਾਂ ਜਿਹੜੇ ਪਿੰਡ ਦਾ ਥੰਮ ਹੁੰਦੇ ਸੀ, ਬਹੁਤ ਸ਼ਾਨੋ ਸ਼ੌਕਤ, ਇੱਜ਼ਤ ਤੇ ਮਿਹਨਤ ਨਾਲ ਆਬਾਦ ਸੀ, ਜਿਨ੍ਹਾਂ ਵਿੱਚ ਸਰਦਾਰ ਤਾਰਾ ਸਿੰਘ ਦਾ ਟੱਬਰ, ਭਰਵਾਣੇ, ਸਲਿਆਣਾ ਬਰਾਦਰੀ ਤੇ ਸਿਆਲ ਬਰਾਦਰੀ ਦੇ ਲੋਕ ਸੀ। ਸਰਦਾਰ ਤਾਰਾ ਸਿੰਘ ਇੱਕ ਵੱਡਾ ਨਾਮ ਸੀ, 10 ਮਰਬੇ ਜ਼ਮੀਨ ਦਾ ਮਾਲਕ ਤੇ ਦਿਲ ਦਾ ਇਸ ਤੋਂ ਵੀ ਜ਼ਿਆਦਾ ਅਮੀਰ, ਮੁਸਲਮਾਨਾਂ ਦਾ ਸੱਚਾ ਖੈਰਖਵਾਹ, ਗਰੀਬ, ਲੋੜਮੰਦ ਤੇ ਮਜਬੂਰ ਦਾ ਸਹਾਰਾ। ਪਿੰਡ ਵਾਲੇ ਦੱਸਦੇ ਆ ਕਿ ਨਵਾਬ ਬੰਦਾ ਸੀ, ਬਹੁਤ ਵੱਡੀ ਹਵੇਲੀ ਸੀ। ਇਸ ਦੀ ਹਵੇਲੀ ਸਿਰਫ ਇੱਟਾਂ ਦੇ ਕਮਰੇ ਨਹੀਂ ਸੀ, ਉਹ ਇਨਸਾਫ, ਖਿਦਮਤ ਤੇ ਇਨਸਾਨੀਅਤ ਦਾ ਮਰਕਜ਼ ਸੀ। ਜਦੋਂ ਰਮਜ਼ਾਨ ਸ਼ਰੀਫ ਦਾ ਮਹੀਨਾ ਹੁੰਦਾ ਸੀ ਤਾਂ ਉਸ ਦੇ ਘਰੋਂ ਮੁਸਲਮਾਨਾਂ ਲਈ ਦੁੱਧ, ਲੱਸੀ ਤੇ ਮੱਖਣ ਦੇ ਪੇੜੇ ਲੋੜਮੰਦਾਂ ਨੂੰ ਪੂਰਾ ਮਹੀਨਾ ਮਿਲਦੇ ਸੀ। ਇਸ ਦਾ ਇਹ ਕਹਿਣ ਸੀ ਕਿ ਗਾਵਾਂ ਖੋਲ ਕੇ ਲੈ ਜਾਓ, ਪੂਰਾ ਮਹੀਨਾ ਰੋਜ਼ੇ ਰੱਖ ਕੇ ਵਾਪਸ ਕਰ ਦਿਓ। ਰੋਜ਼ਿਆਂ ਦੇ ਇਹਤਰਾਮ ਦਾ ਇਹ ਆਲਮ ਸੀ ਕਿ ਪਿੰਡ ਵਿੱਚ ਦੁਪਹਿਰ ਟਾਈਮ ਤੰਦੂਰ ਨਹੀਂ ਸੀ ਚੱਲਦਾ ਔਰ ਲੋੜਮੰਦਾਂ ਲਈ ਸ਼ਾਮ ਦੇ ਟਾਈਮ ਤੰਦੂਰ ਤੋਂ ਰੋਟੀ ਫ੍ਰੀ ਮਿਲਦੀ ਸੀ। ਜਦੋਂ ਮੁਹੱਰਮ ਦਾ ਮਹੀਨਾ ਆਉਂਦਾ ਸੀ ਤਾਂ 10 ਦਿਨ ਸ਼ੱਕਰ ਦੇ ਸ਼ਰਬਤ ਦੀ ਛਬੀਲ ਲੱਗਦੀ। ਇਹਨਾਂ ਦੇ ਜ਼ਿਆਦਾਤਰ ਮੁਲਾਜ਼ਮ ਮੁਸਲਮਾਨ ਸੀ, ਇਸ ਕਰਕੇ ਇਹਨਾਂ ਦਾ ਕਹਿਣ ਸੀ ਕਿ ਪਾਣੀ ਟੁੱਟਦਾ ਟੁੱਟ ਜਾਏ, ਤੁਸੀਂ ਆਪਣੀ ਨਮਾਜ਼ ਵੇਲੇ ਸਿਰ ਪੜਿਆ ਕਰੋ। ਕਹਿੰਦੇ ਆ ਕਿ ਜਦੋਂ ਉਹ ਦੁਨੀਆ ਤੋਂ ਰੁਖਸਤ ਹੋਇਆ ਤਾਂ ਉਸ ਦੀ ਮਈਤ ਨੂੰ ਬਾਰ-ਬਾਰ ਅੱਗ ਲਗਾਉਣ ਦੇ ਬਾਵਜੂਦ ਅੱਗ ਨਹੀਂ ਲੱਗ ਸਕੀ। ਇਸ ਗੱਲ ਵਿੱਚ ਵੀ ਉਹਦੀ ਅਜ਼ਮਤ ਦੀ ਇੱਕ ਨਿਸ਼ਾਨੀ ਹੈ। ਆਖਰਕਾਰ ਉਹਨੂੰ ਮਰਬਾ ਨੰਬਰ 47 ਵਿੱਚ ਦਫਨ ਕੀਤਾ ਗਿਆ। 1982 ਤੱਕ ਕਬਰ ਮੌਜੂਦ ਰਹੀ। ਦੂਜੀ ਵੱਡੀ ਕੌਮ ਭਰਵਾਣਾ ਸੀ। 5 ਮਰਬੇ ਜ਼ਮੀਨ ਦੇ ਮਾਲਕ, ਮਿਹਨਤ, ਗੈਰਤ ਤੇ ਦਿਨਾਈ ਨਾਲ ਪਹਿਚਾਣੇ ਜਾਂਦੇ ਨੇ। ਪਾਕਿਸਤਾਨ ਝੰਗ ਦੀ ਸਿਆਸਤ ਵਿੱਚ ਅੱਜ ਵੀ ਇਸ ਟੱਬਰ ਦੇ ਵੱਡੇ ਨਾਮ ਨੇ। ਫੈਸਲਾ ਸਾਜ਼ੀ ਵਿੱਚ ਇਹਨਾਂ ਦੀ ਆਵਾਜ਼ ਵਜ਼ਨ ਰੱਖਦੀ ਹੈ। ਭਰਵਾਣਾ ਕੌਮ ਨੇ ਹਰ ਮੈਦਾਨ ਵਿੱਚ ਆਪਣੇ ਝੰਡੇ ਗੱਡੇ ਨੇ। ਇਹਨਾਂ ਨੇ ਕਾਸ਼ਤਕਾਰੀ ਨੂੰ ਸਿਰਫ ਪੇਸ਼ਾ ਨਹੀਂ ਬਲਕਿ ਇੱਜ਼ਤ ਤੇ ਸ਼ਨਾਖਤ ਬਣਾ ਲਿਆ। ਜ਼ਮੀਨ ਇਹਨਾਂ ਲਈ ਦੌਲਤ ਤੋਂ ਵੱਧ ਵਿਰਾਸਤ, ਅਮਾਨਤ ਤੇ ਵਕਾਰ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਤੀਸਰੀ ਬਰਾਦਰੀ ਸਲਿਆਣਾ ਸੀ ਇਸ ਪਿੰਡ ਵਿੱਚ। ਵੱਡੇ ਜ਼ਿਮੀਂਦਾਰ, ਜ਼ਮੀਨ ਨਾਲ ਜੁੜੇ ਲੋਕ ਜਿਨ੍ਹਾਂ ਦੀ ਮਿਹਨਤ ਨਾਲ ਪਿੰਡ ਦੀ ਮਿੱਟੀ ਜ਼ਰਖੇਜ਼ ਬਣੀ। ਸਾਦਗੀ, ਵਕਾਰ ਤੇ ਵਾਅਦੇ ਦੀ ਪੱਕੀ ਰਵਾਇਤ ਇਹਨਾਂ ਦੀ ਪਹਿਚਾਣ ਹੈ। ਪਿੰਡ ਵਿੱਚ ਚੌਥੀ ਫੈਮਿਲੀ ਸਿਆਲਾਂ ਦੀ ਸੀ, ਜਿਨ੍ਹਾਂ ਦਾ ਸ਼ੁਮਾਰ ਪਿੰਡ ਦੇ ਵੱਡੇ ਜ਼ਿਮੀਂਦਾਰਾਂ ਵਿੱਚ ਹੁੰਦਾ ਸੀ। ਰੋਬ, ਰੁਤਬਾ ਤੇ ਸਮਾਜੀ ਵਕਾਰ ਇਹਨਾਂ ਦੇ ਨਾਲ ਚੱਲਦਾ ਹੈ। ਸਿਆਲ ਉਹ ਨਾਂ ਹੈ ਜਿਸ ਨੂੰ ਜ਼ਿਮੀਂਦਾਰੀ ਦੇ ਨਾਲ ਕਿਆਦਤ ਤੇ ਕਰਦਾਰ ਵੀ ਵਿਰਾਸਤ ਵਿੱਚ ਮਿਲਦਾ ਹੈ। ਉਸ ਵੇਲੇ ਚੱਕ ਨੰਬਰ 422 ਜੀਂਬੇ ਸਿਰਫ ਵਸੇਵ ਨਹੀਂ ਸੀ, ਉਹ ਇੱਕ ਐਸਾ ਸਮਾਜ ਸੀ ਜਿੱਥੇ ਧਰਮ ਤੋਂ ਵੱਧ ਇਨਸਾਨੀਅਤ ਤੇ ਜ਼ਾਤ ਤੋਂ ਵੱਧ ਇੱਜ਼ਤ ਤੇ ਜ਼ਮੀਨ ਤੋਂ ਵੱਧ ਰਿਸ਼ਤੇ ਕੀਮਤੀ ਸੀ। ਹਿਜਰਤ ਆ ਗਈ ਪਰ ਉਹ ਯਾਦਾਂ, ਉਹ ਕਰਦਾਰ, ਉਹ ਇਨਸਾਫ ਤੇ ਉਹ ਇੱਕ ਦੂਜੇ ਨੂੰ ਮਿਲਣ ਵਾਲਾ ਪਿਆਰ ਤੇ ਇਹਤਰਾਮ ਅੱਜ ਵੀ ਪਿੰਡ ਦੀ ਮਿੱਟੀ ਵਿੱਚ ਸਾਹ ਲੈਂਦਾ ਹੈ। ਐਸੇ ਕਰਕੇ ਅੱਜ ਵੀ ਇਸ ਪਿੰਡ ਵਿੱਚ ਫਿਰਕਾ ਪ੍ਰਸਤੀ ਨਾ ਹੋਣ ਦੇ ਬਰਾਬਰ ਹੈ। ਫਿੱਕਾ ਜਾਫਰੀਆ ਦੀ ਵੱਡੀ ਗਿਣਤੀ ਇਸ ਪਿੰਡ ਵਿੱਚ ਆਬਾਦ ਹੈ ਔਰ ਇਹਨਾਂ ਦੇ ਸਾਰੇ ਤਿਉਹਾਰਾਂ ਵਿੱਚ ਵਾਕਈ ਪਿੰਡ ਵਾਲੇ ਇਹਨਾਂ ਦਾ ਮਿਲ ਜੁਲ ਕੇ ਸਾਥ ਦਿੰਦੇ ਨੇ, ਜਿਸ ਨਾਲ ਭਾਈਚਾਰੇ ਦੀ ਫਜ਼ਾ ਕਾਇਮ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਅੱਜ ਦੇ ਚੱਕ 422 ਜੀਂਬੇ ਦੀ। ਇਸ ਵੇਲੇ ਇਸ ਪਿੰਡ ਵਿੱਚ ਬਲੋਚ ਜ਼ਿਆਦਾ ਗਿਣਤੀ ਵਿੱਚ ਬੈਠੇ ਨੇ। ਇਸ ਤੋਂ ਇਲਾਵਾ ਸਿਆਲ, ਜੱਟ, ਰਾਜਪੂਤ ਤੇ ਇੱਕ ਘਰ ਗੁੱਜਰ ਬਰਾਦਰੀ ਦਾ ਵੀ ਹੈ। ਹਰ ਪਿੰਡ ਦੀ ਤਰ੍ਹਾਂ ਗੈਰ ਕਾਸ਼ਤਕਾਰ ਲੋਕ ਵੀ ਇਸ ਪਿੰਡ ਵਿੱਚ ਹੈਗੇ ਨੇ। ਰਾਜਪੂਤ ਲੁਧਿਆਣਾ, ਪਿੰਡ ਕੁਟਾਲਾ, ਤਹਿਸੀਲ ਸਮਰਾਲਾ, ਅਫਸਲਾਪੁਰ ਤੇ ਹਰਿਆਣਾ ਦੇ ਨੇ। ਜੱਟ ਹੁਸ਼ਿਆਰਪੁਰ, ਨਿਹਾਲਪੁਰ, ਭੂਲਪੁਰ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਜਲੰਧਰ ਦੇ ਨੇ।
ਇਸ ਪਿੰਡ ਵਿੱਚ 2 ਨੰਬਰਦਾਰ ਨੇ, ਜਨਾਬ ਹਾਜੀ ਇਸਾਕ ਸਾਹਿਬ, ਜੋ ਕਿ ਪਾਕਿਸਤਾਨ ਦੀ ਸਿਆਸਤ ਵਿੱਚ ਇੱਕ ਮੋਤਬਰ ਨਾਮ ਹੈ। ਇੱਕ ਦਫਾ MPA, ਇੱਕ ਦਫਾ MNA ਵੀ ਰਹੇ ਨੇ। ਵਜ਼ੀਰੇ ਮਾਲ ਦੀ ਵਜ਼ਾਰਤ ਵੀ ਇਹਨਾਂ ਦੇ ਕੋਲ ਰਹਿ ਚੁੱਕੀ ਹੈ। ਦੂਸਰੇ ਨੰਬਰਦਾਰ ਜਨਾਬ ਖਾਲਦ ਬਸ਼ੀਰ ਸਾਹਿਬ ਨੇ। ਕੁਛ ਨਾ ਐਸੇ ਹੁੰਦੇ ਨੇ ਜਿਹੜੇ ਸਿਰਫ ਪਹਿਚਾਣ ਨਹੀਂ ਬਲਕਿ ਖੁਦ ਇਤਮਾਦੀ ਦੀ ਅਲਾਮਤ ਬਣ ਜਾਂਦੇ ਨੇ। ਖਾਲਦ ਬਸ਼ੀਰ ਸਾਹਿਬ ਸਿਆਸਤ ਤੇ ਕਾਰੋਬਾਰ ਦੋਹਾਂ ਮੈਦਾਨਾਂ ਵਿੱਚ ਇੱਕ ਮਜ਼ਬੂਤ, ਬਾਵਕਾਰ ਤੇ ਮੋਤਬਰ ਨਾਮ। ਸਿਆਸਤ ਵਿੱਚ ਇਹਨਾਂ ਦਾ ਕਿਰਦਾਰ ਖਿਦਮਤ, ਬਰਦਾਸ਼ਤ ਤੇ ਸਮਝ ਬੋਝ ਨਾਲ ਜੁੜਿਆ ਹੋਇਆ ਹੈ। ਕਾਰੋਬਾਰ ਵਿੱਚ ਬਸ਼ੀਰ ਸੰਸ ਸਿਰਫ ਇੱਕ ਅਦਾਰਾ ਨਹੀਂ, ਇਤਮਾਦ, ਨਜ਼ਮੋ ਜ਼ਬਤ ਤੇ ਮਿਹਨਤ ਦੀ ਪਹਿਚਾਣ ਹੈ। ਇਹਨਾਂ ਦੀ ਟਰਾਂਸਪੋਰਟ ਪੂਰੇ ਪਾਕਿਸਤਾਨ ਵਿੱਚ ਜ਼ਿੰਮੇਦਾਰੀ, ਵਕਤ ਦੀ ਪਾਬੰਦੀ ਤੇ ਮਿਆਰ ਦਾ ਦੂਸਰਾ ਨਾਂ ਸਮਝੀ ਜਾਂਦੀ ਹੈ। ਸੜਕਾਂ ਉੱਤੇ ਚੱਲਣ ਵਾਲੀ ਹਰ ਗੱਡੀ ਸਿਰਫ ਮੁਸਾਫਰ ਤੇ ਇਹਨਾਂ ਦਾ ਸਾਮਾਨ ਨਹੀਂ ਲੈ ਕੇ ਜਾਂਦੀ, ਉਹ ਬਸ਼ੀਰ ਸੰਸ ਦੀ ਸਾਖ, ਇਮਾਨਦਾਰੀ ਤੇ ਵਕਾਰ ਵੀ ਨਾਲ ਲੈ ਕੇ ਚੱਲਦੀ ਹੈ। ਦੋਨਾਂ ਨੰਬਰਦਾਰਾਂ ਦਾ ਤਲਕ ਦੁਨੀਆ ਦੀ ਤਾਰੀਖ ਵਿੱਚ ਹਿੰਮਤ, ਗੈਰਤ ਤੇ ਵਫਾਦਾਰੀ ਨਿਭਾਉਣ ਵਾਲੀ ਕੌਮ ਰਾਜਪੂਤ ਨਾਲ ਤਲਕ ਹੈ। ਕੁਝ ਲੋਕ ਸਰਕਾਰੀ ਅਹੁਦੇ ਤੇ ਸਿਰਫ ਨੌਕਰੀ ਨਹੀਂ ਕਰਦੇ, ਉਹ ਖਿਦਮਤ ਨੂੰ ਇਬਾਦਤ ਬਣਾ ਲੈਂਦੇ ਨੇ। ਪ੍ਰੋਫੈਸਰ ਮੁਹੰਮਦ ਮੁਸ਼ਤਾਕ ਕਲੇਰ ਮਰਹੂਮ ਉਹ ਇਨਸਾਨ ਸੀ ਜਿਨ੍ਹਾਂ ਨੇ ਇਖਤਿਆਰ ਨੂੰ ਤਾਕਤ ਨਹੀਂ ਬਲਕਿ ਸਹਾਰਾ ਬਣਾਇਆ। ਉਹ ਨਾ ਸਿਰਫ ਲੋਕਾਂ ਦੇ ਕੰਮ ਕਰਦੇ ਰਹੇ ਬਲਕਿ ਕੰਮ ਲਈ ਆਉਣ ਵਾਲਿਆਂ ਨੂੰ ਚਾਹ ਰੋਟੀ ਖਿਲਾਉਣ ਤੋਂ ਬਾਅਦ ਲੋੜਵੰਦਾਂ ਨੂੰ ਵਾਪਸੀ ਦਾ ਕਿਰਾਇਆ ਵੀ ਆਪਣੀ ਜੇਬ ਚੋਂ ਦੇ ਕੇ ਇਨਸਾਨੀਅਤ ਦਾ ਹੱਕ ਅਦਾ ਕਰਦੇ ਰਹੇ। ਜਿਸ ਵੀ ਸੀਟ ਤੇ ਗਏ ਆਪਣੇ ਇਲਾਕੇ ਔਰ ਤਹਿਸੀਲ ਗੋਜਰਾ ਦੇ ਲੋਕਾਂ ਲਈ ਹਮੇਸ਼ਾ ਤਰਜੀਹੀ ਬੁਨਿਆਦਾਂ ਤੇ ਕੰਮ ਕੀਤਾ। ਨਮਾਇਸ਼ ਨਹੀਂ ਕੀਤੀ, ਖਾਮੋਸ਼ੀ ਨਾਲ ਆਪਣਾ ਕੰਮ ਕਰਕੇ ਲੋਕਾਂ ਦੇ ਘਰਾਂ ਵਿੱਚ ਚਾਨਣ ਕਰਦੇ ਰਹੇ। ਸਭ ਤੋਂ ਖਾਸ ਗੱਲ ਇਹ ਕਿ ਮੁਕੰਮਲ ਤੌਰ ਤੇ ਗੈਰ ਸਿਆਸੀ ਰਹਿੰਦਿਆਂ ਹੋਇਆਂ ਸਭ ਦੇ ਕੰਮ ਕੀਤੇ। ਐਸੇ ਕਰਕੇ ਅੱਜ ਤੱਕ ਇਹਨਾਂ ਦਾ ਕੋਈ ਮੁਖਾਲਫ ਨਹੀਂ। ਅੱਜ ਉਹ ਜਿਸਮਾਨੀ ਤੌਰ ਤੇ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਦੀ ਸੋਚ, ਉਹਨਾਂ ਦਾ ਕਿਰਦਾਰ ਅੱਜ ਵੀ ਜ਼ਿੰਦਾ ਹੈ। ਉਹਨਾਂ ਦੀ ਔਲਾਦ ਦੇ ਅਮਲ ਵਿੱਚ ਇੰਗਲੈਂਡ ਵਿੱਚ ਰਹਿੰਦੇ ਹੋਇਆਂ ਵੀ ਦਿਲ ਵਿੱਚ ਪਿੰਡ ਵਸਾਉਣ ਵਾਲਾ ਬਾਬਰ ਮੁਸ਼ਤਾਕ ਕਲੇਰ, ਜਿਸ ਨੇ ਆਪਣੇ ਵਾਲਦ ਦੇ ਨਾਂ ਨੂੰ ਸਿਰਫ ਯਾਦ ਨਹੀਂ ਬਣਾਇਆ ਬਲਕਿ ਖਿਦਮਤ ਦਾ ਸਿਲਸਿਲਾ ਅੱਗੇ ਵਧਾਇਆ। ਪ੍ਰੋਫੈਸਰ ਮੁਹੰਮਦ ਮੁਸ਼ਤਾਕ ਮਰਹੂਮ ਫ੍ਰੀ ਡਿਸਪੈਂਸਰੀ ਇਹ ਉਹ ਜਗ੍ਹਾ ਹੈ ਜਿੱਥੇ ਨਾ ਸਿਰਫ ਪਿੰਡ ਚੱਕ ਨੰਬਰ 422 ਬਲਕਿ ਆਲੇ ਦੁਆਲੇ ਦੇ ਸਾਰੇ ਪਿੰਡ ਬਿਨਾਂ ਫਰਕ, ਬਿਨਾਂ ਸਵਾਲ ਫ੍ਰੀ ਦਵਾਈ ਲੈ ਕੇ ਜਾਂਦੇ ਨੇ। ਇਸ ਦੇ ਨਾਲ ਸਾਫ਼ ਪਾਣੀ ਦਾ ਫਿਲਟਰ ਪਲਾਂਟ ਉਹ ਸਦਕਾ ਜਾਰੀਆ ਹੈ ਜਿਹੜਾ ਹਰ ਘੁੱਟ ਦੇ ਨਾਲ ਦੁਆ ਬਣ ਕੇ ਉਹਨਾਂ ਦੇ ਹੱਕ ਵਿੱਚ ਜਾਂਦੀ ਹੈ। ਇਹ ਸਿਰਫ ਇੱਕ ਡਿਸਪੈਂਸਰੀ ਨਹੀਂ, ਇਹ ਇੱਕ ਬਾਪ ਦੀ ਨੇਕੀ ਤੇ ਇੱਕ ਬੇਟੇ ਦੀ ਵਫਾ ਦਾ ਸਬੂਤ ਹੈ। ਕੁਝ ਲੋਕ ਮਰ ਕੇ ਵੀ ਜ਼ਿੰਦਾ ਰਹਿੰਦੇ ਨੇ। ਪ੍ਰੋਫੈਸਰ ਮੁਹੰਮਦ ਮੁਸ਼ਤਾਕ ਮਰਹੂਮ ਉਹਨਾਂ ਵਿੱਚੋਂ ਇੱਕ ਨੇ। ਇੱਕ ਹੋਰ ਕਾਰੋਬਾਰੀ ਤੇ ਪੜ੍ਹਿਆ ਲਿਖਿਆ ਨਾਮ ਚੌਧਰੀ ਮੁਹੰਮਦ ਦੀਨ ਕੱਲੂ ਜੱਟ। ਇਹਨਾਂ ਦੇ ਬਾਰੇ ਦੱਸਦੇ ਜਾਂਦੇ ਆ ਕਿ ਇਹਨਾਂ ਨੇ 1935 ਵਿੱਚ ਮੈਟ੍ਰਿਕ ਕੀਤਾ ਸੀ ਔਰ ਚੌਧਰੀ ਸਾਹਿਬ ਉਸ ਵੇਲੇ ਪਹਿਲੇ ਬੰਦੇ ਸੀ ਜਿਨ੍ਹਾਂ ਕੋਲ ਇੰਨੀ ਤਾਲੀਮ ਸੀ। ਬਲਕਿ ਇਹ ਵੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਏਗਾ ਕਿ ਉਸ ਵੇਲੇ ਇਹੋ ਬੰਦੇ ਸੀ ਜਿਹੜੇ ਪੜ੍ਹੇ ਲਿਖੇ ਸੀ। ਇੱਕ ਹੋਰ ਖਾਸ ਗੱਲ ਕਿ ਗੋਜਰਾ ਤੋਂ ਲੈ ਕੇ ਮੋਚੀਵਾੜਾ ਤੱਕ ਸਿਰਫ ਇੱਕ ਹੀ ਇੱਟਾਂ ਦਾ ਭੱਠਾ ਸੀ ਜਿਹਦੇ ਮਾਲਕ ਹੋਣ ਦਾ ਇਜਾਜ਼ ਚੌਧਰੀ ਮੁਹੰਮਦ ਦੀਨ ਕੱਲੂ ਹੁਣਾਂ ਕੋਲ ਸੀ। ਇਸ ਪਿੰਡ ਨੂੰ ਝੰਗ ਵੀ ਨੇੜੇ ਲੱਗਦਾ ਹੈ। ਪਹਿਲੀ ਨਸਲ ਨੇ ਤਾਲੀਮ ਝੰਗ ਸ਼ਹਿਰ ਤੋਂ ਹੀ ਹਾਸਲ ਕੀਤੀ ਸੀ। ਐਸੇ ਕਰਕੇ ਇਹਨਾਂ ਦੀ ਬੋਲਚਾਲ, ਰਹਿਣ ਸਹਿਣ ਤੇ ਰਸਮੋ ਰਿਵਾਜ ਵਿੱਚੋਂ ਝੰਗ ਦੀ ਝਲਕ ਨਜ਼ਰ ਆਉਂਦੀ ਹੈ। ਇਸ ਪਿੰਡ ਵਿੱਚ ਮੁੰਡਿਆਂ ਦਾ ਸਕੂਲ ਪ੍ਰਾਇਮਰੀ ਹੈ ਜਦੋਂ ਕਿ ਗਰਲਜ਼ ਆਫਟਰਨੂਨ ਐਲੀਮੈਂਟਰੀ ਸਕੂਲ ਹੈ। ਪਿੰਡ ਦਾ ਲੋਹਾਰ ਪਿੰਡ ਦੀ ਸ਼ਾਨ ਤੇ ਵਿਰਾਸਤ, ਪਿੰਡ ਦੀ ਇੱਜ਼ਤ, ਮਿਹਨਤ ਤੇ ਹੁਨਰਮੰਦੀ ਦੀ ਪਹਿਚਾਣ ਹੁੰਦੇ ਨੇ। ਇਸ ਪਿੰਡ ਦੇ ਲੋਹਾਰ ਵੀ ਆਪਣਾ ਇੱਕ ਵੱਖਰਾ ਮਕਾਮ ਰੱਖਦੇ ਨੇ। ਇਹਨਾਂ ਦੇ ਹੱਥਾਂ ਦਾ ਬਣਾਇਆ ਗਿਆ ਜ਼ਿਮੀਂਦਾਰੇ ਨਾਲ ਜੁੜਿਆ ਹੋਇਆ ਸਾਮਾਨ ਹਰ ਘਰ ਵਿੱਚ ਹੁੰਦਾ ਹੈ। ਇਸ ਦੇ ਨਾਲ ਅਸਲਾ ਸਾਜ਼ੀ ਵਿੱਚ ਵੀ ਇਹਨਾਂ ਦਾ ਕੋਈ ਜਵਾਬ ਨਹੀਂ। ਪੁਰਾਣੇ ਵਕਤਾਂ ਵਿੱਚ ਇਸਤੇਮਾਲ ਹੋਣ ਵਾਲੇ ਹਥਿਆਰ ਬਣਾਉਣ ਵਿੱਚ ਇਹਨਾਂ ਦੀ ਮਸ਼ਹੂਰੀ ਬਹੁਤ ਦੂਰ ਤੱਕ ਸੀ। 2 ਤੋਲੇ ਦਾ ਜੰਦਰਾ ਜਿਹੜਾ ਇਹਨਾਂ ਨੇ ਬਣਾਇਆ, ਖੁਸ਼ਾਬ ਦੇ ਮੇਲੇ ਵਿੱਚ ਸਭ ਤੋਂ ਵੱਡਾ ਮੁਕਾਬਲਾ ਜਿੱਤਿਆ ਤੇ ਉਹ ਜੰਦਰਾ ਅੱਜ ਵੀ ਕਾਰੀਗਰਾਂ ਲਈ ਇੱਕ ਮਿਸਾਲ ਹੈ। ਹਰ ਹੱਥ, ਹਰ ਔਜ਼ਾਰ ਤੇ ਲੋਹੇ ਦੇ ਇੱਕ ਟੁਕੜੇ ਵਿੱਚ ਉਹਨਾਂ ਦੀ ਮਿਹਨਤ, ਇਮਾਨਦਾਰੀ ਤੇ ਮਹਾਰਤ ਦਾ ਪਰਛਾਵਾਂ ਸਾਫ਼ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੇ ਕਾਰੀਗਰ ਜੋ ਨਸਲ ਦਰ ਨਸਲ ਪਿੰਡਾਂ ਵਿੱਚ ਸੇਵਾ ਕਰ ਰਹੇ ਨੇ, ਉਹ ਪਿੰਡਾਂ ਦੀ ਪਹਿਚਾਣ, ਵਿਰਾਸਤ ਤੇ ਸ਼ਾਨ ਦੇ ਪਹਿਰੇਦਾਰ ਨੇ। ਇਸ ਪਿੰਡ ਵਿੱਚ 4 ਮਸੀਤਾਂ ਨੇ। ਇਸ ਤੋਂ ਇਲਾਵਾ 2 ਇਮਾਮ ਬਾਰਗਾਹ ਵੀ ਹੈ। ਫਿਕਾ ਜਾਫਰੀਆ 1857 ਦੇ ਲਾਇਸੈਂਸ ਹੋਲਡਰ ਨੇ।
ਨਮਾਇਆ ਸ਼ਖਸੀਅਤ ਤੇ ਇਲਮ ਦੀ ਰੋਸ਼ਨੀ ਵੰਡਣ ਵਾਲੇ ਉਹ ਉਸਤਾਦ ਜਿਹੜੇ ਆਪਣੇ ਟਾਈਮ ਵਿੱਚ ਪੜ੍ਹਨ ਵਾਲੇ ਸਟੂਡੈਂਟ ਨੂੰ ਫ੍ਰੀ ਟਿਊਸ਼ਨ ਵੀ ਦਿੰਦੇ ਰਹੇ ਨੇ। ਇਹ ਉਹ ਲੋਕ ਨੇ ਜਿਨ੍ਹਾਂ ਦੀ ਰਹਿਨਮਾਈ ਤੇ ਇਲਮ ਨਾਲ ਪਿੰਡ ਦੀ ਪਹਿਚਾਣ ਤੇ ਵਕਾਰ ਕਾਇਮ ਹੁੰਦਾ ਹੈ। ਮਾਸਟਰ ਗੁਲਾਮ ਹੁਸੈਨ ਮਰਹੂਮ, ਮਾਸਟਰ ਬਹਾਦਰ ਹੁਸੈਨ ਇਹਨਾਂ ਬਾਰੇ ਦੱਸਦੇ ਹੈ ਕਿ ਇਹ ਪੈਦਲ ਜਾ ਕੇ ਫ੍ਰੀ ਪੜ੍ਹਾਉਂਦੇ ਰਹੇ ਨੇ ਔਰ ਅੱਜ ਇਹਨਾਂ ਦੇ ਸਟੂਡੈਂਟ ਬੜੀਆਂ ਪੋਸਟਾਂ ਤੇ ਨੇ। ਮਾਸਟਰ ਰਾਣਾ ਮੁਹੰਮਦ ਅਸ਼ਰਫ, ਹੈਡਮਾਸਟਰ ਅਬਦੁਲ ਗਫੂਰ ਜਿਹੜੇ ਕਿ ਰਿਆਜ਼ੀ ਦੇ ਬਹੁਤ ਅੱਛੇ ਉਸਤਾਦ ਸੀ, ਇਹ ਵੀ ਫ੍ਰੀ ਤਾਲੀਮ ਦਿੰਦੇ ਹੁੰਦੇ ਸੀ। ਇਹਨਾਂ ਦੇ ਸਟੂਡੈਂਟ ਆਲਾ ਪੋਸਟਾਂ ਤੋਂ ਰਿਟਾਇਰ ਹੋਏ ਨੇ। ਜਨਾਬ ਖਾਲਦ ਬਸ਼ੀਰ ਟਰਾਂਸਪੋਰਟਰ, ਜਨਾਬ ਹਾਜੀ ਮੁਹੰਮਦ ਇਸਾਕ ਸਾਬਕਾ MNA MPA ਤੇ ਵਜ਼ੀਰੇ ਮਾਲ, ਜਨਾਬ ਬਾਬਰ ਮੁਸ਼ਤਾਕ ਕਲੇਰ ਸਾਹਿਬ, ਇਹਨਾਂ ਦਾ ਤਾਲੁਕ ਵੀ ਇਸੇ ਪਿੰਡ ਨਾਲ ਹੈ। ਗਵਾਂਢੀ ਪਿੰਡਾਂ ਵਿੱਚ ਚੱਕ ਨੰਬਰ 421 ਮਰਾਦ ਸ਼ਾਹ ਅੱਡਾ, ਚੱਕ ਨੰਬਰ 420, ਚੱਕ ਨੰਬਰ 423 ਜੀਂਬੇ ਛੋਟਾ ਆਦਾ, ਚੱਕ ਨੰਬਰ 356 ਜੀਂਬੇ, ਚੱਕ ਨੰਬਰ 353 ਜੀਂਬੇ ਮਹਿਦੀਆਬਾਦ ਜਿਹੜਾ ਕਿ ਜਨਾਬ ਕੁੱਕੂ ਸ਼ਾਹ ਸਾਹਿਬ ਦਾ ਪਿੰਡ ਹੈ, ਚੱਕ 416 ਜੀਂਬੇ ਸੋਢੀ ਨੇੜੇ ਲੱਗਦੇ ਪਿੰਡ ਹੈ। ਇਸ ਇਲਾਕੇ ਨੂੰ ਝੰਗ ਬ੍ਰਾਂਚ ਦੀ ਨਹਿਰ ਦਾ ਪਾਣੀ ਲੱਗਦਾ ਹੈ। ਜ਼ਮੀਨੀ ਪਾਣੀ ਵੀ ਬਹੁਤ ਵਧੀਆ ਹੈ। ਐਸੇ ਕਰਕੇ ਇੱਥੋਂ ਦੀਆਂ ਫਸਲਾਂ ਜਿਨ੍ਹਾਂ ਵਿੱਚ ਆਲੂ ਜ਼ਿਆਦਾ ਕਾਸ਼ਤ ਕੀਤੇ ਜਾਂਦੇ ਆ, ਇਸ ਤੋਂ ਇਲਾਵਾ ਮਕਈ, ਕਮਾਦ ਤੇ ਕਣਕ ਜ਼ਿਆਦਾ ਕਾਸ਼ਤ ਕੀਤੀਆਂ ਜਾਂਦੀਆਂ। ਇੱਕ ਹੋਰ ਬਹੁਤ ਖਾਸ ਗੱਲ ਜੋ ਇਸ ਪਿੰਡ ਨਾਲ ਜੁੜੀ ਹੋਈ ਹੈ, ਬਲਦਾਂ ਦੀ ਦੌੜ ਬਹੁਤ ਮਸ਼ਹੂਰ ਹੈ ਇਸ ਪਿੰਡ ਦੀ ਤੇ ਮੱਝਾਂ ਔਰ ਘੋੜੇ ਵੀ ਬਹੁਤ ਆਲਾ ਨਸਲ ਦੇ ਚੱਕ ਨੰਬਰ 422 ਵਿੱਚ ਪਾਏ ਜਾਂਦੇ ਨੇ। ਦੋਸਤੋ ਇਹ ਸੀ ਸਾਡਾ ਅੱਜ ਦਾ ਪਿੰਡ ਚੱਕ ਨੰਬਰ 422 ਜੀਂਬੇ, ਜਿਸ ਦੀ ਵੀਡੀਓ ਤੁਸੀਂ ਵੇਖੀ। ਪਿੰਡ ਐਦਾਂ ਦੇ ਹੀ ਹੁੰਦੇ ਨੇ। ਇੱਥੋਂ ਤੁਹਾਨੂੰ ਪੰਜਾਬ ਦੀ ਪੁਰਾਣੀ ਝਲਕ ਜ਼ਰੂਰ ਨਜ਼ਰ ਆਈ ਹੋਵੇਗੀ। ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਸੀਂ ਵੀ ਸਮਝਦੇ ਹੋ ਕਿ ਤੁਹਾਡਾ ਪਿੰਡ ਵੀ ਦੁਨੀਆ ਦੀਆਂ ਨਜ਼ਰਾਂ ਵਿੱਚ ਆਏ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਦਿੱਤੇ ਗਏ ਨੰਬਰ ਤੇ ਰਾਬਤਾ ਕਰਕੇ ਜਾਂ ਕਮੈਂਟ ਰਾਹੀਂ ਆਪਣੇ ਪਿੰਡ ਬਾਰੇ ਦੱਸ ਸਕਦੇ ਹੋ। ਇਹੀ ਵੀਡੀਓ ਛੋਟੇ-ਛੋਟੇ ਪਾਰਟਸ ਵਿੱਚ ਵੇਖਣ ਲਈ ਤੁਸੀਂ ਸਾਨੂੰ ਫੇਸਬੁੱਕ ਪੇਜ ਇੱਕ ਪਿੰਡ ਪੰਜਾਬ ਦਾ ਤੇ ਨਾਸਰ ਕਸਾਣਾ ਹੁਸ਼ਿਆਰਪੁਰੀਆ, ਟਿਕਟੌਕ ਅਕਾਊਂਟ ਨਾਸਰ ਕਸਾਣਾ 370 ਤੇ ਇੰਸਟਾਗ੍ਰਾਮ ਤੇ ਨਾਸਰ ਕਸਾਣਾ ਹੁਸ਼ਿਆਰਪੁਰੀਆ ਨੂੰ ਫਾਲੋ ਕਰ ਸਕਦੇ ਹੋ। ਬਹੁਤ ਸ਼ੁਕਰੀਆ। ਰੱਬ ਰਾਖਾ।